ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਦਿਲ ਨੂੰ ਛੂਹ ਲੈਣ ਵਾਲੀ ਦਾਦੇ ਪੋਤੇ ਦੀ ਕਹਾਣੀ ਦੇ ਨਾਲ। ਉਮੀਦ ਹੈ ਇਹ ਕਹਾਣੀ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਟੱਚ ਕਰੇਗੀ। ਤਾਂ ਸ਼ੁਰੂ ਕਰਦੇ ਹਾਂ ਜੀ। ਕੁਲਦੀਪ, ਮੈਨੂੰ ਬਹੁਤ ਭੁੱਖ ਲੱਗੀ ਆ। ਜੇ ਰੋਟੀ ਪੱਕੀ ਹੈ ਤਾਂ ਮੈਨੂੰ ਦੇ ਦੇ। ਉਸ ਤੋਂ ਬਾਅਦ ਮੈਂ ਕੁਝ ਕੰਮ ਲਈ ਬਾਹਰ ਜਾਣਾ ਹੈ। ਆਪਣੇ ਬੇਟੇ ਦੇ ਆਫਿਸ ਜਾਣ ਤੋਂ ਬਾਅਦ ਕਸ਼ਮੀਰ ਸਿੰਘ ਕਮਰੇ ਤੋਂ ਬਾਹਰ ਨਿਕਲਦਾ ਹੋਇਆ ਬੋਲਿਆ ਅਤੇ ਜਿਵੇਂ ਹੀ ਡਾਈਨਿੰਗ ਟੇਬਲ 'ਤੇ ਬੈਠਣ ਲੱਗਿਆ ਤਾਂ ਉਸਦੀ ਨੌਂ ਤਿਆਰ ਹੋ ਕੇ ਆਪਣੇ ਕਮਰੇ 'ਚੋਂ ਬਾਹਰ ਆਈ ਅਤੇ ਬੋਲੀ, ਮੈਂ ਆਪਣੀ ਸਹੇਲੀ ਦੇ ਨਾਲ ਸ਼ਾਪਿੰਗ ਜਾਣਾ ਹੈ, ਪਰ ਬੇਟਾ ਮੈਨੂੰ ਬਹੁਤ ਭੁੱਖ ਲੱਗੀ ਹੈ। ਰੋਟੀ ਖਾਣ ਤੋਂ ਬਾਅਦ ਮੈਂ ਦਵਾਈਆਂ ਵੀ ਲੈਣੀਆਂ ਨੇ। ਤਾਂ ਕੁਲਦੀਪ ਗੁੱਸੇ ਭਰੀ ਅਤੇ ਰੋਹ ਭਰੀ ਆਵਾਜ਼ ਵਿੱਚ ਬੋਲੀ, ਤੈਨੂੰ ਇੱਕ ਵਾਰ ਕਿਹਾ ਸੁਣਾਈ ਨਹੀਂ ਦਿੰਦਾ? 2 ਘੰਟੇ ਤੱਕ ਮੈਂ ਵਾਪਸ ਆ ਜਾਵਾਂਗੀ। ਤੂੰ ਆਪਣੇ ਲਈ ਚਾਹ ਬਣਾ ਕੇ ਪੀ ਲੈ। ਇਸ ਤੋਂ ਪਹਿਲਾਂ ਕਸ਼ਮੀਰ ਸਿੰਘ ਕੁਝ ਹੋਰ ਬੋਲਦਾ, ਉਸ ਤੋਂ ਪਹਿਲਾਂ ਹੀ ਕੁਲਦੀਪ ਬਾਹਰ ਨਿਕਲ ਗਈ ਅਤੇ ਆਪਣੀ ਸਕੂਟੀ ਸਟਾਰਟ ਕਰਕੇ ਨਿਕਲ ਗਈ। ਕਸ਼ਮੀਰ ਸਿੰਘ ਹੈਰਾਨੀ ਨਾਲ ਉਸ ਨੂੰ ਦੇਖਦਾ ਹੀ ਰਹਿ ਗਿਆ, ਪਰ ਕਰ ਵੀ ਕੀ ਸਕਦਾ ਸੀ। ਇਸ ਲਈ ਰਸੋਈ ਵਿੱਚ ਗਿਆ ਤੇ ਉਸਨੇ ਜਾ ਕੇ ਆਪਣੇ ਲਈ 1 ਕੱਪ ਚਾਹ ਬਣਾਈ ਅਤੇ ਚਾਹ ਦੇ ਨਾਲ ਬਿਸਕੁਟ ਖਾ ਲਏ। ਹੁਣ ਬਹੁਤ ਟਾਈਮ ਹੋ ਗਿਆ ਸੀ। ਭੁੱਖ ਦੇ ਕਾਰਨ ਕਸ਼ਮੀਰ ਸਿੰਘ ਦਾ ਬੁਰਾ ਹਾਲ ਹੋ ਗਿਆ। ਆਪਣੇ ਕਮਰੇ ਵਿੱਚ ਬੈਠੇ-ਬੈਠੇ ਆਪਣੀ ਪਤਨੀ ਦੀ ਤਸਵੀਰ ਨੂੰ ਦੇਖਣ ਲੱਗਿਆ। ਆਪਣੇ ਬੀਤੇ ਹੋਏ ਟਾਈਮ ਨੂੰ ਯਾਦ ਕਰਨ ਲੱਗਿਆ। ਜਦੋਂ ਤੱਕ ਉਸਦੀ ਪਤਨੀ ਗੁਰਮੀਤ ਕੌਰ ਉਸਦੇ ਨਾਲ ਸੀ, ਉਦੋਂ ਤੱਕ ਨੌਂ ਤੇ ਪੁੱਤ ਦੋਨੇ ਉਸਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ। ਆਪਣੀ ਮਨਮਰਜ਼ੀ ਕਰਨਾ ਤਾਂ ਦੂਰ ਦੀ ਗੱਲ, ਨੌਂ ਤਾਂ ਕਦੀ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰਦੀ ਸੀ ਤੇ ਬਾਹਰ ਦੇ ਸਾਰੇ ਕੰਮ ਕਸ਼ਮੀਰ ਸਿੰਘ ਸੰਭਾਲਦਾ ਸੀ ਤੇ ਗੁਰਮੀਤ ਕੌਰ ਨੇ ਪੂਰਾ ਘਰ ਸੰਭਾਲ ਕੇ ਰੱਖਿਆ ਹੋਇਆ ਸੀ। ਨੌਂ ਵੀ ਆਪਣੀ ਸੱਸ ਦੀ ਬਹੁਤ ਇੱਜ਼ਤ ਕਰਦੀ ਸੀ, ਕਿਉਂਕਿ ਸੱਸ ਦੇ ਰਹਿੰਦੇ ਹੋਏ ਘਰ ਦਾ ਕੋਈ ਕੰਮ ਉਸ ਨੂੰ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ। ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਹੌਲੀ-ਹੌਲੀ ਗੁਰਮੀਤ ਕੌਰ ਦੀ ਤਬੀਅਤ ਵਿਗੜਨ ਲੱਗੀ। ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੈ। ਕਸ਼ਮੀਰ ਸਿੰਘ ਆਪਣੀ ਪਤਨੀ ਨੂੰ ਕਦੀ ਵੀ ਖੋਣਾ ਨਹੀਂ ਚਾਹੁੰਦਾ ਸੀ। ਇਲਾਜ ਮਹਿੰਗਾ ਸੀ, ਪਰ ਕਸ਼ਮੀਰ ਸਿੰਘ ਨੇ ਖਰਚੇ ਦੀ ਪਰਵਾਹ ਨਾ ਕਰਦੇ ਹੋਏ ਉਸ ਦਾ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ। ਨੌਂ ਤਾਂ ਨੌਂ, ਮੁੰਡੇ ਨੇ ਵੀ ਆਪਣੇ ਮਾਂ-ਪਿਓ ਦੇ ਨਾਲ ਸਿੱਧੇ ਮੂੰਹ ਗੱਲ ਕਰਨੀ ਛੱਡ ਦਿੱਤੀ। ਗੁਰਮੀਤ ਕੌਰ ਨੂੰ ਆਪਣੇ ਪੁੱਤ ਦੇ ਬਦਲੇ ਵਿਹਾਰ ਦਾ ਕਾਰਨ ਸਮਝ ਨਹੀਂ ਆਇਆ। ਇੱਕ ਦਿਨ ਰਾਜਵੀਰ ਆਪਣੇ ਪਾਪਾ ਕੋਲ ਆਇਆ ਤੇ ਬੋਲਿਆ, ਪਾਪਾ, ਤੁਸੀਂ ਜਾਣਦੇ ਹੋ ਕਿ ਮਾਂ ਦੀ ਬਿਮਾਰੀ ਆਖਰੀ ਸਟੇਜ 'ਤੇ ਹੈ ਅਤੇ ਜਦੋਂ ਉਸ ਨੂੰ ਬਚਾਇਆ ਨਹੀਂ ਜਾ ਸਕਦਾ ਤਾਂ ਇੰਨਾ ਪੈਸਾ ਖਰਚ ਕਰਨ ਦੀ ਕੀ ਜ਼ਰੂਰਤ ਹੈ? ਇਸ ਤਰ੍ਹਾਂ ਤਾਂ ਤੁਸੀਂ ਸਾਨੂੰ ਕੰਗਾਲ ਕਰਕੇ ਰੱਖ ਦਿਓਗੇ। ਕਮ ਸੇ ਕਮ ਮੇਰੇ ਬੀਵੀ ਬੱਚਿਆਂ ਦਾ ਤਾਂ ਸੋਚੋ। ਉਸ ਦੀ ਗੱਲ ਸੁਣਦੇ ਕਸ਼ਮੀਰ ਸਿੰਘ ਦਾ ਕਲੇਜਾ ਛਾਨਣੀ ਹੋ ਗਿਆ। ਉਸ ਨੇ ਰਾਜਵੀਰ ਨੂੰ ਕਿਹਾ ਕਿ ਮੈਂ ਆਪਣੀ ਕਮਾਈ ਨਾਲ ਕੀਤੀ ਹੋਈ ਬਚਤ ਵਿੱਚੋਂ ਤੇਰੀ ਮਾਂ ਦਾ ਇਲਾਜ ਕਰਾ ਰਿਹਾ। ਤੈਨੂੰ ਇਸ ਗੱਲ ਨਾਲ ਕੀ ਪਰੇਸ਼ਾਨੀ ਹੈ ਜਿਸ ਲਈ ਤੂੰ ਇਹ ਗੱਲ ਕਰ ਰਿਹਾ? ਉਸ ਨੇ ਤੈਨੂੰ ਜਨਮ ਦਿੱਤਾ, ਤੈਨੂੰ ਇਹ ਦੁਨੀਆ ਵਿਖਾਈ, ਤੇਰੇ ਲਈ ਕੀ ਨਹੀਂ ਕੀਤਾ ਤੇਰੀ ਮਾਂ ਨੇ। ਤਾਂ ਰਾਜਵੀਰ ਬੋਲਿਆ, ਕੋਈ ਅਹਿਸਾਨ ਨਹੀਂ ਕੀਤਾ। ਸਾਰੀਆਂ ਮਾਵਾਂ ਆਪਣੇ ਬੱਚਿਆਂ ਲਈ ਇਹ ਸਭ ਕੁਝ ਕਰਦੀਆਂ ਨੇ। ਪੁੱਤ ਦੀ ਇੰਨੀ ਗੱਲ ਸੁਣ ਕੇ ਕਸ਼ਮੀਰ ਸਿੰਘ ਨੂੰ ਅਹਿਸਾਸ ਹੋ ਗਿਆ ਕਿ ਅੱਜ ਮਾਂ ਦੀ ਮਮਤਾ ਪੈਸੇ ਦੇ ਸਾਹਮਣੇ ਛੋਟੀ ਪੈ ਚੁੱਕੀ ਹੈ। ਪਰ ਫਿਰ ਵੀ ਕਸ਼ਮੀਰ ਸਿੰਘ ਨੇ ਹਾਰ ਨਹੀਂ ਮੰਨੀ। ਆਪਣੀ ਪਤਨੀ ਦੇ ਆਖਰੀ ਸਾਹ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲਗਭਗ 6 ਮਹੀਨੇ ਦੇ ਇਲਾਜ ਤੋਂ ਬਾਅਦ ਗੁਰਮੀਤ ਕੌਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਗੁਰਮੀਤ ਕੌਰ ਦੀ ਮੌਤ ਤੋਂ ਬਾਅਦ ਕਸ਼ਮੀਰ ਸਿੰਘ ਟੁੱਟ ਗਿਆ ਤੇ ਗੁਰਮੀਤ ਕੌਰ ਦੀ ਮੌਤ ਤੋਂ ਬਾਅਦ ਉਸ ਦੀ ਨੌਂ ਕਸ਼ਮੀਰ ਸਿੰਘ ਨਾਲ ਅਕਸਰ ਹੀ ਉੱਚੀ ਆਵਾਜ਼ ਵਿੱਚ ਗੱਲ ਕਰਦੀ ਤੇ ਹਮੇਸ਼ਾ ਬਦਤਮੀਜ਼ੀ ਨਾਲ ਪੇਸ਼ ਆਉਂਦੀ ਤੇ ਜਦੋਂ ਉਹ ਨੌਂ ਨੂੰ ਕੁਝ ਕਹਿੰਦਾ ਤਾਂ ਉਸ ਨੂੰ ਆਪਣੇ ਮੁੰਡੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ। ਕਸ਼ਮੀਰ ਸਿੰਘ ਇਕੱਲਾ ਰਹਿ ਗਿਆ। ਹਾਲਾਂਕਿ ਉਸ ਦਾ 12 ਸਾਲ ਦਾ ਪੋਤਰਾ ਉਸ ਦੇ ਨਾਲ ਬਹੁਤ ਵਧੀਆ ਰਹਿੰਦਾ ਸੀ, ਪਰ ਕਸ਼ਮੀਰ ਸਿੰਘ ਨੂੰ ਉਸ ਦੇ ਨਾਲ ਬੈਠਣ ਦਾ ਜ਼ਿਆਦਾ ਮੌਕਾ ਨਹੀਂ ਮਿਲਦਾ ਸੀ। ਸਵੇਰ ਦੇ ਸਮੇਂ ਉਹ ਸਕੂਲ ਚਲਾ ਜਾਂਦਾ ਤੇ ਸ਼ਾਮ ਨੂੰ ਟਿਊਸ਼ਨ ਪੜ੍ਹਨ ਅਤੇ ਕਦੇ-ਕਦੇ ਥੋੜ੍ਹੀ ਦੇਰ ਵਾਸਤੇ ਆਪਣੇ ਦਾਦਾ ਜੀ ਦੇ ਕੋਲ ਬੈਠਦਾ ਸੀ। ਤਾਂ ਉਸ ਦੀ ਮਾਂ ਕੋਈ ਨਾ ਕੋਈ ਕੰਮ ਦਾ
ਕੰਮ ਦੱਸ ਦਿੰਦੀ ਤੇ ਬਹਾਨੇ ਨਾਲ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ। ਐਤਵਾਰ ਦਾ ਦਿਨ ਸੀ ਤੇ ਰਾਜਵੀਰ ਘਰ ਸੀ ਤੇ ਆਪਣੇ ਪਾਪਾ ਕੋਲ ਆਇਆ ਅਤੇ ਬੋਲਿਆ, ਪਾਪਾ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਤਾਂ ਕਸ਼ਮੀਰ ਸਿੰਘ ਬੋਲਿਆ, ਬੇਟਾ ਬੋਲ, ਕੀ ਕਹਿਣਾ ਤੂੰ? ਪਾਪਾ ਜੀ, ਮੈਂ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਪਿੰਡ ਵਿੱਚ ਰਹਿੰਦੇ ਨਹੀਂ ਤੇ ਇਸ ਲਈ ਪਿੰਡ ਵਾਲੇ ਘਰ ਦੀ ਸਾਫ਼ ਸਫਾਈ ਆਪਣੇ ਤੋਂ ਹੁੰਦੀ ਨਹੀਂ। ਤੁਹਾਡੀ ਤਬੀਅਤ ਵੀ ਠੀਕ ਨਹੀਂ ਰਹਿੰਦੀ, ਇਸ ਲਈ ਮੈਂ ਸੋਚ ਰਿਹਾ ਸੀ ਕਿ ਪਿੰਡ ਵਾਲਾ ਘਰ ਵੇਚ ਦਈਏ। ਇਹ ਗੱਲ ਸੁਣਦੇ ਹੀ ਕਸ਼ਮੀਰ ਸਿੰਘ ਬੋਲਿਆ, ਨਹੀਂ ਬੇਟਾ, ਮੈਂ ਆਪਣੀ ਪਿਓ ਦਾਦੇ ਦੀ ਜ਼ਮੀਨ ਨੂੰ ਨਹੀਂ ਵੇਚਣਾ ਚਾਹੁੰਦਾ। ਕੋਲ ਖੜੀ ਕੁਲਦੀਪ ਉਸੇ ਵੇਲੇ ਬੋਲ ਪਈ, ਪਾਪਾ ਤੁਸੀਂ ਤਾਂ ਜਾਣਦੇ ਹੋ ਰਾਜਵੀਰ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ, ਇਸ ਲਈ ਉਸ ਨੂੰ ਪੈਸੇ ਦੀ ਜ਼ਰੂਰਤ ਹੈ ਅਤੇ ਵੈਸੇ ਵੀ ਜ਼ਮਾਨਾ ਬਹੁਤ ਖਰਾਬ ਹੈ। ਕਿਤੇ ਇਹ ਨਾ ਹੋਵੇ ਕਿ ਕਿਰਾਏਦਾਰ ਸਾਡੇ ਮਕਾਨ 'ਤੇ ਕਬਜ਼ਾ ਕਰਕੇ ਬੈਠ ਜਾਣ। ਨੌਂ ਤੇ ਪੁੱਤ ਦੀ ਇਹ ਗੱਲ ਸੁਣ ਕੇ ਹੁਣ ਉਸ ਨੂੰ ਵੀ ਲੱਗਣ ਲੱਗਾ ਸੀ ਕਿ ਅੱਗੇ ਚੱਲ ਕੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਲਈ ਸਮਾਂ ਰਹਿੰਦੇ ਕੰਮ ਕਰ ਲਏ ਜਾਣ ਤਾਂ ਹੀ ਚੰਗਾ ਹੈ। ਆਖਰਕਾਰ ਉਹਨਾਂ ਨੇ ਆਪਣਾ ਪਿੰਡ ਵਾਲਾ ਘਰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਦਾ 1/4 ਹਿੱਸਾ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਪੈਸੇ ਆਪਣੇ ਮੁੰਡੇ ਨੂੰ ਦੇ ਦਿੱਤੇ। ਹੁਣ ਕੁਲਦੀਪ ਤੇ ਰਾਜਵੀਰ ਬਹੁਤ ਖੁਸ਼ ਸੀ। ਕੁਝ ਦਿਨਾਂ ਤੱਕ ਤਾਂ ਕੁਲਦੀਪ ਨੇ ਆਪਣੇ ਸਹੁਰੇ ਨੂੰ ਟਾਈਮ ਨਾਲ ਚਾਹ ਤੇ ਰੋਟੀ ਦਿੱਤੀ, ਪਰ ਹੌਲੀ-ਹੌਲੀ ਉਸ ਦੇ ਤੇਵਰ ਵੀ ਬਦਲਣੇ ਸ਼ੁਰੂ ਹੋ ਗਏ। ਜਿਹੜੀ ਨੌਂ ਪਹਿਲਾਂ ਆਪਣੇ ਸਹੁਰੇ ਨੂੰ ਪਾਣੀ ਤੱਕ ਹੱਥ ਵਿੱਚ ਫੜਾਇਆ ਕਰਦੀ ਸੀ, ਹੁਣ ਉਹੀ ਨੌਂ ਰੋਟੀ ਲਈ ਵੀ ਤਰਸਾਉਣ ਲੱਗੀ। ਆਪਣੇ ਸਹੁਰੇ ਨੂੰ ਗੱਲ-ਗੱਲ 'ਤੇ ਟੋਕਣਾ ਅਤੇ ਉੱਚੀ ਆਵਾਜ਼ ਵਿੱਚ ਗੱਲ ਕਰਨਾ ਉਸ ਦਾ ਰੋਜ਼ ਦਾ ਕੰਮ ਬਣ ਗਿਆ ਸੀ। ਕਸ਼ਮੀਰ ਸਿੰਘ ਨੂੰ ਬਹੁਤ ਤਕਲੀਫ ਹੁੰਦੀ, ਪਰ ਕਲੇਸ਼ ਤੋਂ ਡਰਦਾ ਚੁੱਪ ਕਰ ਜਾਂਦਾ, ਕਿਸੇ ਦੇ ਸਾਹਮਣੇ ਕੁਝ ਨਾ ਦੱਸਦਾ ਅਤੇ ਅੱਜ ਤਾਂ ਹੱਦ ਹੀ ਹੋ ਗਈ ਸੀ। ਇੰਤਜ਼ਾਰ ਕਰਦੇ ਕਰਦੇ ਦੁਪਹਿਰ ਹੋ ਗਈ। ਦੁਪਹਿਰ ਦੇ 2 ਵੱਜ ਗਏ। ਕੁਲਦੀਪ ਵਾਪਸ ਆਈ। ਹੁਣ ਕਿਤੇ ਜਾ ਕੇ ਕਸ਼ਮੀਰ ਸਿੰਘ ਨੂੰ ਰੋਟੀ ਨਸੀਬ ਹੋਈ। ਰੋਟੀ ਖਾ ਕੇ ਉਹ ਆਪਣੇ ਕਿਸੇ ਕੰਮ ਕਰਕੇ ਬਾਹਰ ਚਲਾ ਗਿਆ। ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਹ ਬਹੁਤ ਪਰੇਸ਼ਾਨ ਸੀ। ਉਦੋਂ ਤੱਕ ਉਸ ਦਾ ਮੁੰਡਾ ਰਾਜਵੀਰ ਪਹੁੰਚ ਚੁੱਕਿਆ ਸੀ। ਆ ਕੇ ਮੁੰਡੇ ਨੂੰ ਕਿਹਾ, ਬੇਟਾ ਰਾਜਵੀਰ, ਮੈਂ ਆਪਣੇ ਦਵਾਈ ਲੈ ਕੇ ਆਉਣੀ ਹੈ, ਪੈਸੇ ਚਾਹੀਦੇ ਆ, ਇਸ ਲਈ ਅੱਜ ਮੈਂ ਬੈਂਕ ਵਿੱਚ ਗਿਆ ਸੀ, ਪਰ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਤਾਂ ਉਸ ਵਿੱਚ ਕੇਵਲ 10,000 ਰੁਪਏ ਹੀ ਸਨ। ਪਰ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਪਿੰਡ ਵਾਲਾ ਘਰ ਵੇਚਣ ਤੋਂ ਬਾਅਦ ਮੇਰੇ ਅਕਾਊਂਟ ਵਿੱਚ 20 ਲੱਖ ਰੁਪਏ ਜਮ੍ਹਾਂ ਕਰਵਾਏ ਸੀ। ਫਿਰ ਉਹ ਸਾਰੇ ਪੈਸੇ ਕਿੱਥੇ ਗਾਇਬ ਹੋ ਗਏ ਅਤੇ ਆਪਣਾ ਦੋਵਾਂ ਦੇ ਇਲਾਵਾ ਇਸ ਅਕਾਊਂਟ ਵਿੱਚੋਂ ਪੈਸੇ ਕੋਈ ਕੱਢ ਨਹੀਂ ਸਕਦਾ। ਤੂੰ ਪਤਾ ਕਰ ਗੱਲ ਕੀ ਹੈ, ਕਿਉਂਕਿ ਮੈਂ ਤਾਂ ਵਾਰ-ਵਾਰ ਬੈਂਕ ਦੇ ਚੱਕਰ ਨਹੀਂ ਲਗਾ ਸਕਦਾ। ਗੁੱਸੇ ਵਿੱਚ ਭੜਕਦਾ ਹੋਇਆ ਰਾਜਵੀਰ ਬੋਲਿਆ, ਪਾਪਾ ਤੁਸੀਂ ਜਾਣਦੇ ਹੋ ਕਿ ਸਾਡਾ ਜੁਆਇੰਟ ਅਕਾਊਂਟ ਹੈ ਅਤੇ ਮੇਰੇ ਬਿਜ਼ਨਸ ਵਿੱਚ ਮੈਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਕਿਹੜੀ ਆਫਤ ਆ ਗਈ ਜੇ ਮੈਂ ਪੈਸੇ ਕਢਵਾ ਲਏ, ਤੇ ਵੈਸੇ ਵੀ ਤੁਹਾਨੂੰ ਪੈਸਿਆਂ ਦੀ ਕੀ ਜ਼ਰੂਰਤ ਹੈ? ਰਾਜਵੀਰ ਦੀ ਇਹ ਗੱਲ ਸੁਣ ਕੇ ਕਸ਼ਮੀਰ ਸਿੰਘ ਹੈਰਾਨ ਰਹਿ ਗਿਆ। ਰਾਜਵੀਰ ਆਪਣੀ ਗੱਲ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਕਸ਼ਮੀਰ ਸਿੰਘ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਦਾ ਰਹਿ ਗਿਆ। ਆਪਣੀ ਬਚੀ ਹੋਈ ਜ਼ਿੰਦਗੀ ਲਈ ਜੋ ਪੈਸੇ ਉਸਨੇ ਬਚਾ ਕੇ ਰੱਖੇ ਸੀ, ਹੁਣ ਉਹ ਪੈਸੇ ਵੀ ਉਸ ਦੇ ਹੱਥਾਂ ਵਿੱਚੋਂ ਜਾ ਚੁੱਕੇ ਸੀ। ਕੁਝ ਦਿਨ ਹੋਰ ਬੀਤੇ ਤਾਂ ਨੌਂ ਨੇ ਕਸ਼ਮੀਰ ਸਿੰਘ ਨੂੰ ਆ ਕੇ ਕਿਹਾ, ਪਾਪਾ ਰਸੋਈ ਵਿੱਚ ਜੂਠੇ ਭਾਂਡੇ ਪਏ ਹਨ, ਉਹਨਾਂ ਨੂੰ ਜਰਾ ਧੋ ਦੇਣਾ, ਮੇਰੀ ਤਬੀਅਤ ਠੀਕ ਨਹੀਂ ਹੈ। ਇਹ ਕਹਿ ਕੇ ਕੁਲਦੀਪ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਨੌਂ ਦੀ ਮਦਦ ਕਰਨ ਦੇ ਇਰਾਦੇ ਨਾਲ ਕਸ਼ਮੀਰ ਸਿੰਘ ਨੇ ਸਾਰੇ ਭਾਂਡੇ ਸਾਫ਼ ਕਰ ਦਿੱਤੇ। ਬਸ ਫਿਰ ਕੀ ਸੀ, ਉਸ ਦਿਨ ਤੋਂ ਬਾਅਦ ਰਸੋਈ ਦੇ ਸਾਰੇ ਰੋਜ਼ ਸੁਬਾਹ ਦੇ ਬਰਤਨ ਸਾਫ਼ ਕਰਨ ਦਾ ਜ਼ਿੰਮਾ ਕਸ਼ਮੀਰ ਸਿੰਘ ਨੂੰ ਹੀ ਦੇ ਦਿੱਤਾ ਗਿਆ ਸੀ। ਕਦੇ-ਕਦੇ ਪੋਤਰਾ ਆਕਾਸ਼ ਆਪਣੀ ਮਾਂ ਨੂੰ ਦਾਦੇ ਦੇ ਨਾਲ ਇਹੋ ਜਿਹਾ ਵਿਹਾਰ ਕਰਦੇ ਦੇਖਦਾ ਤਾਂ ਵਿਰੋਧ ਕਰਦਾ, ਤਾਂ ਕੁਲਦੀਪ ਉਸ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਕਹਿ ਦਿੰਦੀ ਤੇ ਡਾਂਟ ਕੇ ਉੱਪਰ ਉਸ ਦੇ ਕਮਰੇ ਵਿੱਚ ਭੇਜ ਦਿੰਦੀ। ਉਮਰ ਹੋਣ ਦੇ ਨਾਲ-ਨਾਲ ਕਸ਼ਮੀਰ ਸਿੰਘ ਦੀ ਕਮਰ ਵਿੱਚ ਦਰਦ ਰਹਿਣ ਲੱਗ ਗਿਆ, ਪਰ ਫਿਰ ਵੀ ਘਰ ਦੀ ਸ਼ਾਂਤੀ ਬਣੀ ਰਹੇ ਇਸ ਲਈ ਜਿਵੇਂ ਕਿਵੇਂ ਕੰਮ ਕਰ ਰਿਹਾ ਸੀ।
ਪਰ ਕੁਲਦੀਪ ਨੂੰ ਇਸ ਗੱਲ ਵਿੱਚ ਵੀ ਸ਼ਾਂਤੀ ਨਾ ਮਿਲੀ। ਹੌਲੀ ਹੌਲੀ ਉਸਨੇ ਕੰਮ ਦਾ ਬੋਝ ਵਧਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕਸ਼ਮੀਰ ਸਿੰਘ ਦੀ ਕਮਰ ਵਿੱਚ ਇੰਨਾ ਦਰਦ ਹੋ ਰਿਹਾ ਸੀ ਕਿ ਉੱਠਣਾ ਵੀ ਉਸਨੂੰ ਮੁਸ਼ਕਲ ਲੱਗ ਰਿਹਾ ਸੀ। ਇਸ ਲਈ ਉਸਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਬਸ ਉਸ ਦਿਨ ਤੋਂ ਬਾਅਦ ਕੁਲਦੀਪ ਦੀਆਂ ਅੱਖਾਂ ਵਿੱਚ ਕਸ਼ਮੀਰ ਸਿੰਘ ਰੜਕਣ ਲੱਗ ਗਿਆ। ਬਿਮਾਰ ਸਹੁਰੇ ਨੂੰ ਬਿਠਾ ਕੇ ਖੁਆਉਣਾ ਤਾਂ ਉਸਨੂੰ ਆਪਣੇ ਸਿਰ 'ਤੇ ਬਹੁਤ ਵੱਡਾ ਬੋਝ ਲੱਗਣ ਲੱਗ ਗਿਆ ਸੀ। ਫਿਰ ਉਸਨੇ ਕਸ਼ਮੀਰ ਸਿੰਘ ਨੂੰ ਬਿਰਧ ਆਸ਼ਰਮ ਭੇਜਣ ਦੀ ਜਿੱਦ ਫੜ ਲਈ। ਪਰ ਕਸ਼ਮੀਰ ਸਿੰਘ ਆਪਣੇ ਘਰ ਨੂੰ ਛੱਡ ਕੇ ਬਿਰਧ ਆਸ਼ਰਮ ਜਾਣਾ ਨਹੀਂ ਚਾਹੁੰਦਾ ਸੀ। ਉਧਰ ਉਸਦਾ ਪੋਤਰਾ ਆਕਾਸ਼ ਵੀ ਆਪਣੇ ਦਾਦਾ ਜੀ ਨੂੰ ਆਪਣੇ ਤੋਂ ਦੂਰ ਜਾਂਦੇ ਹੋਏ ਦੇਖ ਕੇ ਰੋਣ ਚਲਾਉਣ ਲੱਗਿਆ। ਕਸ਼ਮੀਰ ਸਿੰਘ ਨੇ ਬਹੁਤ ਮਿੰਨਤਾਂ ਤਰਲੇ ਕੀਤੇ, ਪਰ ਉਸਨੂੰ ਬੋਝ ਸਮਝ ਕੇ ਬਿਰਧ ਆਸ਼ਰਮ ਭੇਜ ਦਿੱਤਾ ਗਿਆ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਅੱਜ ਕਸ਼ਮੀਰ ਸਿੰਘ ਨੂੰ ਬਿਰਧ ਆਸ਼ਰਮ ਗਏ 13 ਸਾਲ ਬੀਤ ਚੁੱਕੇ ਸੀ ਅਤੇ ਪੂਰੇ 13 ਸਾਲਾਂ ਦੇ ਬਾਅਦ ਆਕਾਸ਼ ਬਿਰਧ ਆਸ਼ਰਮ ਦੇ ਸਾਹਮਣੇ ਖੜਾ ਸੀ, ਜਿੱਥੇ ਉਸਦੇ ਦਾਦਾ ਜੀ ਨੂੰ ਭੇਜਿਆ ਗਿਆ। ਜਿਵੇਂ ਆਕਾਸ਼ ਅੰਦਰ ਆਇਆ ਤਾਂ ਗੱਭਰੂ ਜਵਾਨ ਸੋਹਣੇ ਸੁਨੱਖੇ ਪੋਤਰੇ ਨੂੰ ਕਸ਼ਮੀਰ ਸਿੰਘ ਪਹਿਚਾਣ ਨਾ ਸਕਿਆ। ਦਾਦਾ ਜੀ ਕਿਵੇਂ ਹੋ? ਤੁਸੀਂ, ਆਕਾਸ਼ ਨੇ ਕਿਹਾ ਅਤੇ ਉਸਨੇ ਆਪਣੇ ਦਾਦਾ ਜੀ ਦੇ ਪੈਰੀਂ ਹੱਥ ਲਾਏ। ਕਸ਼ਮੀਰ ਸਿੰਘ ਦੇ ਮੂੰਹ ਵਿੱਚੋਂ ਨਿਕਲਿਆ, ਆਕਾਸ਼? ਹਾਂ ਦਾਦਾ ਜੀ, ਮੈਂ ਆਕਾਸ਼। ਇਹ ਸੁਣ ਕੇ ਕਸ਼ਮੀਰ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਉੱਚੀ ਉੱਚੀ ਰੋ ਪਿਆ। ਆਪਣੇ ਪੋਤੇ ਨੂੰ ਉਸਨੇ ਆਪਣੇ ਗਲੇ ਨਾਲ ਲਗਾ ਲਿਆ ਅਤੇ ਫਿਰ ਖੁਦ ਨੂੰ ਸੰਭਾਲਦਿਆਂ ਹੋਇਆਂ ਬੋਲਿਆ, ਦਾਦਾ ਜੀ ਪਲੀਜ਼ ਰੋਵੋ ਨਾ, ਹੁਣ ਤੁਹਾਡੇ ਰੋਣ ਦਾ ਸਮਾਂ ਬੀਤ ਚੁੱਕਿਆ ਹੈ। ਅੱਜ ਤੁਸੀਂ ਮੇਰੇ ਨਾਲ ਆਪਣੇ ਘਰ ਚੱਲੋਗੇ। ਤਾਂ ਕਸ਼ਮੀਰ ਸਿੰਘ ਬੋਲਿਆ, ਕਿਹੜਾ ਘਰ ਬੇਟਾ? ਉਸ ਘਰ ਤੋਂ ਤਾਂ ਬਹੁਤ ਸਾਲ ਪਹਿਲਾਂ ਮੈਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ ਗਿਆ ਸੀ। ਹੁਣ ਤਾਂ ਇਹ ਬਿਰਧ ਆਸ਼ਰਮ ਹੀ ਮੇਰਾ ਘਰ ਹੈ ਅਤੇ ਇੱਥੇ ਰਹਿਣ ਦੀ ਮੈਨੂੰ ਆਦਤ ਹੋ ਚੁੱਕੀ ਹੈ। ਦਿਨ ਰਾਤ ਤੈਨੂੰ ਦੇਖਣ ਨੂੰ ਦਿਲ ਕਰਦਾ ਸੀ, ਪਰ ਹੁਣ ਤੈਨੂੰ ਮਿਲ ਲਿਆ। ਹੁਣ ਤਾਂ ਚਾਹੇ ਰੱਬ ਮੈਨੂੰ ਲੈ ਜਾਏ ਤਾਂ ਵੀ ਕੋਈ ਰੱਬ ਨਾਲ ਗਿਲਾ ਸ਼ਿਕਵਾ ਨਹੀਂ। ਇੰਨੇ ਸਮੇਂ ਵਿੱਚ ਤੈਨੂੰ ਆਪਣੇ ਦਾਦਾ ਜੀ ਦੀ ਯਾਦ ਨਹੀਂ ਆਈ? ਇਹ ਹੋ ਸਕਦਾ ਹੈ ਦਾਦਾ ਜੀ ਕਿ ਮੈਂ ਤੁਹਾਨੂੰ ਯਾਦ ਨਾ ਕੀਤਾ ਹੋਵੇ। ਜਿਸ ਸਮੇਂ ਤੁਹਾਨੂੰ ਇੱਥੇ ਭੇਜਿਆ ਗਿਆ ਸੀ ਉਸ ਸਮੇਂ ਮੈਂ ਬਹੁਤ ਛੋਟਾ ਸੀ। ਮੈਂ ਬਹੁਤ ਰੋਇਆ ਸੀ, ਪਰ ਮੰਮੀ ਪਾਪਾ ਨੇ ਮੇਰੀ ਇੱਕ ਨਾ ਸੁਣੀ। ਉਸ ਦੇ ਬਾਅਦ ਮੈਂ 12ਵੀਂ ਕੀਤੀ ਤੇ ਮੰਮੀ ਪਾਪਾ ਨੇ ਮੈਨੂੰ ਵਿਦੇਸ਼ ਭੇਜ ਦਿੱਤਾ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਵਾਪਸ ਘਰ ਨਹੀਂ ਆਇਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਉੱਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਵਿਦੇਸ਼ ਵਿੱਚ ਬਹੁਤ ਜ਼ਿਆਦਾ ਪੈਸਾ ਕਮਾ ਕੇ ਵਾਪਸ ਆਇਆ। ਮੰਮੀ ਪਾਪਾ ਨੂੰ ਮੇਰੀ ਬਹੁਤ ਯਾਦ ਆਉਂਦੀ ਸੀ, ਪਰ ਮੈਂ ਉਹ ਸਭ ਨਹੀਂ ਭੁੱਲ ਸਕਿਆ ਜੋ ਉਹਨਾਂ ਨੇ ਤੁਹਾਡੇ ਨਾਲ ਕੀਤਾ। ਇਸ ਲਈ ਮੈਂ ਵੀ ਉਹਨਾਂ ਨੂੰ ਮਿਲ ਨਹੀਂ ਆਇਆ। 10 ਦਿਨ ਪਹਿਲਾਂ ਹੀ ਵਾਪਸ ਇੰਡੀਆ ਆਇਆ ਸਾਂ, ਪਰ ਇੰਡੀਆ ਪਹੁੰਚਦੇ ਤੁਰੰਤ ਤੁਹਾਨੂੰ ਮਿਲ ਨਹੀਂ ਆ ਸਕਿਆ। ਦਰਅਸਲ ਬਹੁਤ ਕੰਮ ਸੀ ਜਿਨ੍ਹਾਂ ਨੂੰ ਨਿਪਟਾਉਣਾ ਸੀ, ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਸੀ, ਜਿਸ ਕਾਰਨ ਮੈਨੂੰ ਤੁਹਾਡੇ ਨਾਲ ਮਿਲਣ ਵਿੱਚ ਦੇਰ ਹੋ ਗਈ। ਪਰ ਦਾਦਾ ਜੀ ਇੱਕ ਗੱਲ ਜ਼ਰੂਰ ਕਹੂੰਗਾ ਕਿ ਹੁਣ ਮੈਂ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਹੋਣ ਦਿਆਂਗਾ। ਗੱਲ ਕਰਦੇ ਕਰਦੇ ਆਕਾਸ਼ ਨੇ ਦੇਖਿਆ ਕਿ ਉਸਦੇ ਦਾਦਾ ਜੀ ਲਗਾਤਾਰ ਭਰੀਆਂ ਅੱਖਾਂ ਨਾਲ ਉਸਨੂੰ ਦੇਖ ਰਹੇ ਸੀ। ਤਾਂ ਆਕਾਸ਼ ਨੇ ਪੁੱਛਿਆ, ਕੀ ਹੋਇਆ ਦਾਦਾ ਜੀ, ਕਿੱਥੇ ਗਵਾਚ ਗਏ? ਫਿਰ ਕਸ਼ਮੀਰ ਸਿੰਘ ਬੋਲਿਆ, ਮੈਂ ਤਾਂ ਇਹ ਸੋਚ ਰਿਹਾ ਸੀ ਕਿ ਕਦੇ ਤੈਨੂੰ ਮਿਲਣ ਦੀ ਮੇਰੀ ਆਖਰੀ ਇੱਛਾ ਵੀ ਪੂਰੀ ਹੋਏਗੀ ਜਾਂ ਨਹੀਂ। ਕਿਤੇ ਤੂੰ ਵੀ ਮੈਨੂੰ ਭੁੱਲ ਤਾਂ ਨਹੀਂ ਗਿਆ। ਪਰ ਜਦੋਂ ਅੱਜ ਆਪਣਾ ਬੇਟਾ ਹੀ ਆਪਣਾ ਨਹੀਂ ਰਿਹਾ ਤਾਂ ਕਿਸੇ ਨੂੰ ਕੀ ਸ਼ਿਕਾਇਤ ਕਰਨੀ ਸੀ। ਦਾਦਾ ਜੀ ਵੱਡੇ ਬਜ਼ੁਰਗ ਕਹਿੰਦੇ ਆ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਪਰ ਜਿੰਨਾ ਤੁਹਾਨੂੰ ਵਿਆਜ ਪਿਆਰਾ ਹੈ ਓਨਾ ਹੀ ਮੈਨੂੰ ਮੂਲ ਪਿਆਰਾ ਹੈ। ਪਰ ਮੈਂ ਵੀ ਕੀ ਕਰਦਾ, ਤੁਹਾਡੇ ਕੋਲ ਆਉਣ ਤੋਂ ਪਹਿਲਾਂ ਆਤਮ ਨਿਰਭਰ ਹੋਣਾ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ। ਫਿਰ ਕਸ਼ਮੀਰ ਸਿੰਘ ਭਰੇ ਗਲ ਨਾਲ ਬੋਲਿਆ, ਬੇਟਾ ਅੱਜ ਤੱਕ ਮੈਂ ਆਪਣੀ ਕਿਸਮਤ ਨੂੰ ਦੋਸ਼ ਦਿੰਦਾ ਆਇਆ ਸੀ। ਸ਼ਾਇਦ ਮੇਰੀ ਕਿਸਮਤ ਮਾੜੀ ਹੈ ਜੋ ਇਹ ਦਿਨ ਮੈਨੂੰ ਦੇਖਣੇ ਪਏ, ਪਰ ਅੱਜ ਤੈਨੂੰ ਮਿਲਣ ਤੋਂ ਬਾਅਦ ਮੈਨੂੰ ਆਪਣੀ ਕਿਸਮਤ 'ਤੇ ਕੋਈ ਨਾਰਾਜ਼ਗੀ ਨਹੀਂ ਹੈ ਤੇ ਪਰਮਾਤਮਾ ਨੇ ਮੈਨੂੰ
ਤੇਰੇ ਵਰਗਾ ਹੋਣਹਾਰ ਪੋਤਰਾ ਦਿੱਤਾ। ਤਾਂ ਆਕਾਸ਼ ਉੱਠ ਕੇ ਖੜਾ ਹੋ ਗਿਆ ਅਤੇ ਖੁਸ਼ੀ ਨਾਲ ਬੋਲਿਆ, ਤਾਂ ਫਿਰ ਚੱਲੀਏ ਦਾਦਾ ਜੀ। ਮੈਂ ਤੁਹਾਡਾ ਸਮਾਨ ਪੈਕ ਕਰਦਾ, ਤੁਸੀਂ ਤਿਆਰ ਹੋ ਜਾਓ। ਪਰ ਬੇਟਾ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੇ ਨਹੁੰ ਅਤੇ ਪੁੱਤ ਕਿਹੋ ਜਿਹੇ ਆ। ਉਹ ਮੈਨੂੰ ਵਾਪਸ ਉਸ ਘਰ ਵਿੱਚ ਕਦੇ ਨਹੀਂ ਆਉਣ ਦੇਣਗੇ ਅਤੇ ਵੈਸੇ ਵੀ ਮੈਂ ਇੱਥੇ ਠੀਕ ਹਾਂ ਅਤੇ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਵਾਪਸ ਉਸ ਘਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਵੇ। ਥੋੜ੍ਹੇ ਸਮੇਂ ਬਾਅਦ ਆ ਕੇ ਮੈਨੂੰ ਮਿਲ ਜਾਇਆ ਕਰ। ਮੈਂ ਤਾਂ ਬਸ ਇੰਨਾ ਹੀ ਚਾਹੁੰਦਾ ਹਾਂ। ਪਰ ਹੁਣ ਮੈਂ ਵਾਪਸ ਉਸ ਘਰ ਵਿੱਚ ਨਹੀਂ ਜਾ ਸਕਦਾ। ਫਿਰ ਆਕਾਸ਼ ਬੋਲਿਆ, ਦਾਦਾ ਜੀ, ਫਿਰ ਤਾਂ ਤੁਹਾਡੀ ਪੋਤਨਹੁੰ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਰਹਿ ਜਾਵੇਗੀ। ਮੇਰੀ ਪੋਤਨਹੁੰ? ਹਾਂਜੀ ਦਾਦਾ ਜੀ, ਤੁਹਾਡੀ ਪੋਤਨਹੁੰ। ਇੰਨੀ ਗੱਲ ਸੁਣਦੀ ਦੇਰ ਸੀ ਕਿ ਕਸ਼ਮੀਰ ਸਿੰਘ ਬੱਚਿਆਂ ਦੀ ਤਰ੍ਹਾਂ ਖੁਸ਼ੀ ਨਾਲ ਝੂਮ ਉੱਠਿਆ। ਆਕਾਸ਼, ਤੂੰ ਵਿਆਹ ਕਰ ਲਿਆ? ਨਹੀਂ ਦਾਦਾ ਜੀ, ਤੁਹਾਡੇ ਬਿਨਾਂ ਭਲਾ ਮੈਂ ਵਿਆਹ ਕਿਵੇਂ ਕਰ ਸਕਦਾ? ਪ੍ਰਨੀਤ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਚੁੱਕੀ ਹੈ ਅਤੇ ਜਦੋਂ ਤੱਕ ਤੁਸੀਂ ਮੇਰੇ ਨਾਲ ਨਹੀਂ ਚੱਲੋਗੇ ਤਾਂ ਮੈਂ ਉਦੋਂ ਤੱਕ ਵਿਆਹ ਨਹੀਂ ਕਰਾਂਗਾ। ਬੇਟਾ, ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ? ਮੇਰੇ ਪੋਤੇ ਦਾ ਵਿਆਹ ਹੋਵੇ ਅਤੇ ਮੈਂ ਨਾ ਜਾਵਾਂ। ਪਰ ਬੇਟਾ, ਇਹ ਤਾਂ ਦੱਸ, ਕੁੜੀ ਹੈ ਕੌਣ? ਕਸ਼ਮੀਰ ਸਿੰਘ ਨੇ ਬੜੀ ਉਤਸੁਕਤਾ ਨਾਲ ਆਪਣੇ ਪੋਤੇ ਆਕਾਸ਼ ਨੂੰ ਪੁੱਛਿਆ। ਦਾਦਾ ਜੀ, ਉਸ ਦਾ ਨਾਮ ਪ੍ਰਨੀਤ ਹੈ ਅਤੇ ਉਹ ਦਿੱਲੀ ਸ਼ਹਿਰ ਤੋਂ ਆਈ ਹੈ ਅਤੇ ਉਹ ਮੇਰੇ ਨਾਲ ਵਿਦੇਸ਼ ਵਿੱਚ ਨੌਕਰੀ ਕਰ ਰਹੀ ਸੀ। ਉੱਥੇ ਮੇਰੀ ਉਸ ਨਾਲ ਮੁਲਾਕਾਤ ਹੋਈ ਅਤੇ ਅਸੀਂ ਚੰਗੇ ਦੋਸਤ ਬਣ ਗਏ। ਵਿਦੇਸ਼ ਵਿੱਚ ਜਦੋਂ ਵੀ ਮੈਨੂੰ ਤੁਹਾਡੀ ਯਾਦ ਆਉਂਦੀ, ਮੈਂ ਅਕਸਰ ਹੀ ਬਿਰਧ ਆਸ਼ਰਮ ਚਲਿਆ ਜਾਂਦਾ ਸੀ। ਤਾਂ ਪ੍ਰਨੀਤ ਨੇ ਵੀ ਮੇਰੇ ਨਾਲ ਬਿਰਧ ਆਸ਼ਰਮ ਜਾਣਾ ਸ਼ੁਰੂ ਕਰ ਦਿੱਤਾ। ਮੈਂ ਉਸ ਦੀ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਕਰਨੀਆਂ, ਉਹਨਾਂ ਨਾਲ ਦੁੱਖ ਸੁੱਖ ਕਰਨਾ ਉਸ ਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਇੱਕ ਦਿਨ ਅਸੀਂ ਦੋਨਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਕਸ਼ਮੀਰ ਸਿੰਘ ਆਪਣੇ ਪੋਤਰੇ ਦੀ ਇਸ ਗੱਲ 'ਤੇ ਬਹੁਤ ਖੁਸ਼ ਸੀ। ਤਾਂ ਆਕਾਸ਼ ਬੋਲਿਆ, ਹੁਣ ਦੇਰ ਨਾ ਕਰੋ ਦਾਦਾ ਜੀ। ਪਰ ਬੇਟਾ, ਆਸ਼ਰਮ ਦੇ ਸੰਚਾਲਕ ਨਾਲ ਵੀ ਗੱਲ ਕਰਨੀ ਪਏਗੀ। ਦਾਦਾ ਜੀ, ਮੇਰੀ ਉਹਨਾਂ ਨਾਲ ਗੱਲ ਹੋ ਚੁੱਕੀ ਹੈ। ਉਹ ਸਾਰੀ ਫਾਰਮੈਲਿਟੀ ਮੈਂ ਪਹਿਲਾਂ ਹੀ ਪੂਰੀ ਕਰ ਚੁੱਕਿਆ। ਤੁਸੀਂ ਬਸ ਜਾਣ ਦੀ ਤਿਆਰੀ ਕਰੋ। ਫਿਰ ਆਕਾਸ਼ ਆਪਣੀ ਵੱਡੀ ਗੱਡੀ ਵਿੱਚ ਬਿਠਾ ਕੇ ਆਪਣੇ ਦਾਦਾ ਜੀ ਨੂੰ ਘਰੇ ਲੈ ਆਇਆ। ਘਰ ਨੂੰ ਵੇਖ ਕੇ ਕਸ਼ਮੀਰ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿਉਂਕਿ ਉਸ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਇਸ ਘਰ ਨੂੰ ਬਣਾਇਆ ਸੀ ਅਤੇ ਜੋ ਉਸ ਦੇ ਨਾਮ ਸੀ, ਪਰ ਫਿਰ ਵੀ ਉਸ ਨੂੰ ਆਪਣੇ ਘਰ ਵਿੱਚੋਂ ਬੇਇੱਜ਼ਤ ਕਰਕੇ ਬਿਰਧ ਆਸ਼ਰਮ ਭੇਜ ਦਿੱਤਾ। ਉਸ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਸੀ ਆਪਣੇ ਨੂੰਹ ਅਤੇ ਪੁੱਤ ਅੱਗੇ। ਇਸ ਘਰ ਵਿੱਚ ਰਹਿਣ ਲਈ ਭੀਖ ਵੀ ਮੰਗੀ ਸੀ, ਪਰ ਨੂੰਹ ਤਾਂ ਕਿਸੇ ਹਾਲਤ ਵਿੱਚ ਵੀ ਮੰਨਣ ਨੂੰ ਤਿਆਰ ਨਹੀਂ ਸੀ। ਜਦੋਂ ਆਪਣੀ ਔਲਾਦ ਨੇ ਹੀ ਘਰੋਂ ਕੱਢ ਦਿੱਤਾ ਤਾਂ ਫਿਰ ਹੋਰ ਕਿਸ ਤੋਂ ਉਮੀਦ ਕਰ ਸਕਦਾ ਸੀ। ਵਿਚਾਰਾ ਬਜ਼ੁਰਗ ਪਿਤਾ ਥੋੜ੍ਹੀ ਦੇਰ ਘਰ ਤੋਂ ਬਾਹਰ ਖੜ੍ਹੇ ਇਸ ਤਰ੍ਹਾਂ ਹੀ ਘਰ ਵੱਲ ਵੇਖਦੇ ਰਹੇ। ਫਿਰ ਆਕਾਸ਼ ਨੇ ਬੈਲ ਵਜਾਈ ਅਤੇ ਉਸ ਦੀ ਮਾਂ ਨੇ ਗੇਟ ਖੋਲ੍ਹਿਆ ਤਾਂ ਉਸ ਦੀ ਮਾਂ ਕਹਿਣ ਲੱਗੀ, ਲੈ ਹੁਣ ਆਇਆ, ਥੋੜ੍ਹੀ ਦੇਰ ਦਾ ਕਹਿ ਕੇ ਗਿਆ ਸੀ। ਇੱਧਰ ਵਿਆਹ ਦੀਆਂ ਰਸਮਾਂ ਦਾ ਮਹੂਰਤ ਨਿਕਲਿਆ ਜਾ ਰਿਹਾ ਅਤੇ ਇਸ ਦਾ ਕੁਝ ਅਤਾ ਪਤਾ ਹੀ ਨਹੀਂ। ਤਾਂ ਆਕਾਸ਼ ਬੋਲਿਆ, ਮਾਂ, ਜੇ ਜ਼ਰੂਰੀ ਕੰਮ ਨਾ ਹੁੰਦਾ ਤਾਂ ਮੈਂ ਨਾ ਜਾਂਦਾ, ਪਰ ਇਹ ਕੰਮ ਕਰਨਾ ਵੀ ਬਹੁਤ ਜ਼ਰੂਰੀ ਸੀ। ਅੱਛਾ, ਇਹੋ ਜਿਹਾ ਕਿਹੜਾ ਕੰਮ ਤੈਨੂੰ ਜ਼ਰੂਰੀ ਕੰਮ ਸੀ ਜੋ ਬਾਕੀ ਦੇ ਸਾਰੇ ਕੰਮ ਛੱਡ ਕੇ ਤੂੰ ਚਲਾ ਗਿਆ? ਤਾਂ ਆਕਾਸ਼ ਆਪਣੇ ਦਾਦਾ ਜੀ ਨੂੰ ਬਾਂਹ ਤੋਂ ਫੜ ਕੇ ਅੱਗੇ ਲੈ ਆਇਆ। ਉਸ ਨੂੰ ਦੇਖ ਕੇ ਕੁਲਦੀਪ ਦੇ ਤਾਂ ਹੋਸ਼ ਉੱਡ ਗਏ। ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਜਿਵੇਂ ਕਿਵੇਂ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਕਹਿਣ ਲੱਗੀ, ਪਾਪਾ, ਤੁਸੀਂ ਇੱਥੇ? ਉਸੇ ਟਾਈਮ ਆਕਾਸ਼ ਬੋਲਿਆ, ਮੈਂ ਆਪਣੇ ਦਾਦਾ ਜੀ ਨੂੰ ਆਪਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲੈ ਕੇ ਆਇਆ ਹਾਂ ਅਤੇ ਮੇਰੇ ਵਿਆਹ ਤੱਕ ਇਹ ਇਸ ਘਰ ਵਿੱਚ ਸਾਡੇ ਨਾਲ ਹੀ ਰਹਿਣਗੇ। ਆਕਾਸ਼ ਦੀ ਇਹ ਗੱਲ ਸੁਣ ਕੇ ਕੁਲਦੀਪ ਦੰਗ ਰਹਿ ਗਈ। ਕੁਲਦੀਪ ਦਾ ਇੱਕ ਵਾਰੀ ਤਾਂ ਮਨ ਕੀਤਾ ਕਿ ਆਕਾਸ਼ ਦੇ ਮੂੰਹ 'ਤੇ ਇੱਕ ਚਪੇੜ ਖਿੱਚ ਕੇ ਮਾਰੇ, ਪਰ ਹੁਣ ਆਕਾਸ਼ ਜਵਾਨ ਹੋ ਚੁੱਕਿਆ ਸੀ ਅਤੇ ਉਹ ਆਕਾਸ਼ ਦੇ ਮੂੰਹ 'ਤੇ ਚਪੇੜ ਮਾਰ ਕੇ ਆਪਣੇ ਪੁੱਤ ਨੂੰ ਖੋਹਣਾ ਨਹੀਂ ਚਾਹੁੰਦੀ ਸੀ।
ਇਸ ਲਈ ਉਸਨੇ ਆਪਣੇ ਆਪ ਨੂੰ ਸ਼ਾਂਤ ਰੱਖਣਾ ਹੀ ਠੀਕ ਸਮਝਿਆ। ਪਰ ਫਿਰ ਉਹ ਸੋਚਣ ਲੱਗੀ ਕਿ ਆਕਾਸ਼ ਨੇ ਹੀ ਤਾਂ ਕਿਹਾ ਹੈ ਕਿ ਦਾਦਾ ਜੀ ਵਿਆਹ ਤੱਕ ਹੀ ਰਹਿਣਗੇ। ਵਿਆਹ ਤਾਂ ਕੁਝ ਹੀ ਦਿਨਾਂ ਵਿੱਚ ਹੋ ਜਾਏਗਾ। ਇਸ ਦਾ ਮਤਲਬ ਉਸ ਨੂੰ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਣਾ ਪਵੇਗਾ। ਇੱਕ ਗੱਲ ਤੋਂ ਚੰਗਾ ਹੀ ਹੋਇਆ ਕਿ ਆਕਾਸ਼ ਆਪਣੇ ਦਾਦਾ ਜੀ ਨੂੰ ਲੈ ਆਇਆ, ਨਹੀਂ ਤਾਂ ਰਿਸ਼ਤੇਦਾਰ ਅਤੇ ਆਂਢ ਗੁਆਂਢ ਦੇ ਲੋਕ ਵਿਆਹ ਵਿੱਚ ਇਕੱਠੇ ਹੁੰਦੇ ਤਾਂ ਪਾਪਾ ਬਾਰੇ ਜ਼ਰੂਰ ਪੁੱਛਦੇ। ਮੈਂ ਤਾਂ ਸਭ ਨੂੰ ਇਹ ਦੱਸਿਆ ਸੀ ਕਿ ਉਹ ਪਿੰਡ ਵਿੱਚ ਰਹਿੰਦੇ ਆ, ਅਤੇ ਜੇ ਉਹ ਵਿਆਹ ਵਿੱਚ ਨਾ ਆਉਂਦੇ ਤਾਂ ਸਾਡੀ ਕਿੰਨੀ ਬੇਇੱਜ਼ਤੀ ਹੁੰਦੀ। ਫਿਰ ਮੇਰੀ ਹੋਣ ਵਾਲੀ ਨੂੰਹ ਦੇ ਪੇਕੇ ਵੀ ਜਾਣਦੇ ਹਨ ਕਿ ਆਕਾਸ਼ ਦੇ ਦਾਦਾ ਜੀ ਜਿਉਂਦੇ ਆ, ਅਤੇ ਉਹ ਲੋਕ ਵੀ ਪਾਪਾ ਨੂੰ ਮਿਲਣ ਲਈ ਜ਼ਰੂਰ ਕਹਿੰਦੇ। ਹੁਣ ਪਾਪਾ ਦੇ ਆਉਣ ਕਰਕੇ ਸਾਰਿਆਂ ਦਾ ਮੂੰਹ ਬੰਦ ਹੋ ਜਾਏਗਾ ਅਤੇ ਮੈਨੂੰ ਜ਼ਿਆਦਾ ਦਿਨ ਵੀ ਉਹਨਾਂ ਦਾ ਬੋਝ ਨਹੀਂ ਚੁੱਕਣਾ ਪਏਗਾ। ਵਿਆਹ ਤੋਂ ਬਾਅਦ ਉਹ ਆਪਣੀ ਜਗ੍ਹਾ ਅਤੇ ਅਸੀਂ ਆਪਣੇ ਘਰ। ਇਹ ਸੋਚ ਕੇ ਕੁਲਦੀਪ ਦੇ ਮੂੰਹ 'ਤੇ ਇੱਕ ਸ਼ਾਤਿਰ ਜਿਹੀ ਮੁਸਕਰਾਹਟ ਆਈ। ਅਗਲੇ ਦਿਨ ਆਕਾਸ਼ ਆਪਣੇ ਦਾਦਾ ਜੀ ਨੂੰ ਬਾਜ਼ਾਰ ਲੈ ਕੇ ਗਿਆ ਅਤੇ ਉਸ ਨੂੰ ਸੋਹਣੇ ਸੋਹਣੇ ਕੱਪੜੇ ਲੈ ਕੇ ਦਿੱਤੇ। ਕੱਪੜੇ ਲੈਣ ਤੋਂ ਬਾਅਦ ਆਕਾਸ਼ ਦਾਦਾ ਜੀ ਨੂੰ ਇੱਕ ਵਧੀਆ ਰੈਸਟੋਰੈਂਟ ਵਿੱਚ ਲੈ ਕੇ ਗਿਆ, ਜਿੱਥੇ ਉਹਨਾਂ ਨੇ ਉਸ ਦੇ ਦਾਦਾ ਜੀ ਦੀ ਪਸੰਦ ਦਾ ਖਾਣਾ ਖਾਧਾ। ਅੱਜ ਪਹਿਲੀ ਵਾਰ ਕਸ਼ਮੀਰ ਸਿੰਘ ਆਪਣੇ ਪੋਤੇ ਨਾਲ ਬਹੁਤ ਵਧੀਆ ਟਾਈਮ ਪਾਸ ਕਰ ਚੁੱਕਾ ਸੀ। ਕਾਫੀ ਟਾਈਮ ਗੱਲਬਾਤ ਕਰਦੇ ਹੋਏ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੇ ਦੋਸਤ ਦੇ ਨਾਲ ਗੱਲਾਂ ਕਰ ਰਿਹਾ ਹੋਵੇ। ਆਖਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਆਕਾਸ਼ ਦਾ ਵਿਆਹ ਹੋਣਾ ਸੀ। ਵਿਆਹ ਲਈ ਇੱਕ ਬਹੁਤ ਵੱਡਾ ਪੈਲਸ ਬੁੱਕ ਕੀਤਾ ਸੀ। ਆਕਾਸ਼ ਦੇ ਪਾਪਾ ਦੇ ਪੈਰ ਤਾਂ ਜ਼ਮੀਨ 'ਤੇ ਨਹੀਂ ਲੱਗ ਰਹੇ ਸੀ ਅਤੇ ਆਪਣੇ ਪੁੱਤ ਦੇ ਵਿਆਹ ਨੂੰ ਲੈ ਕੇ ਉਹ ਬਹੁਤ ਖੁਸ਼ ਸੀ। ਵਿਆਹ ਨਾਲੋਂ ਜ਼ਿਆਦਾ ਖੁਸ਼ੀ ਉਸ ਨੂੰ ਇਸ ਗੱਲ ਦੀ ਸੀ ਕਿ ਵਿਆਹ ਤੋਂ ਬਾਅਦ ਉਸ ਦਾ ਪੁੱਤ ਤੇ ਨੂੰਹ ਵਿਦੇਸ਼ ਛੱਡ ਕੇ ਸਾਡੇ ਕੋਲ ਹੀ ਰਹਿਣਗੇ। ਮਨ ਹੀ ਮਨ ਕੁਲਦੀਪ ਸੁਪਨੇ ਵੇਖ ਰਹੀ ਸੀ ਕਿ ਨੂੰਹ ਪੁੱਤ ਸਾਡੇ ਨਾਲ ਰਹਿਣਗੇ ਤੇ ਜ਼ਿੰਦਗੀ ਕਿੰਨੀ ਖੁਸ਼ਹਾਲ ਹੋਵੇਗੀ, ਤੇ ਕੱਲ੍ਹ ਨੂੰ ਪੋਤਾ ਪੋਤੀ ਹੋਣਗੇ ਤਾਂ ਘਰ ਵਿੱਚ ਕਿੰਨੀ ਰੌਣਕ ਹੋਵੇਗੀ। ਸਾਡਾ ਬੁਢਾਪਾ ਤਾਂ ਬਹੁਤ ਵਧੀਆ ਨਿਕਲੇਗਾ। ਪਰ ਉਹ ਆਉਣ ਵਾਲੇ ਸਮੇਂ 'ਤੇ ਸੁਪਨੇ ਵੇਖਦੀ ਇਹ ਭੁੱਲ ਗਈ ਸੀ ਕਿ ਉਸਨੇ ਆਪਣੇ ਸਹੁਰੇ ਨਾਲ ਕੀ ਕੀਤਾ। ਥੋੜ੍ਹੀ ਦੇਰ ਬਾਅਦ ਆਕਾਸ਼ ਤਿਆਰ ਹੋ ਕੇ ਆਇਆ ਤਾਂ ਕਸ਼ਮੀਰ ਸਿੰਘ ਨੇ ਜਦੋਂ ਆਕਾਸ਼ ਨੂੰ ਲਾੜਾ ਬਣਿਆ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ, ਕਿਉਂਕਿ ਉਹ ਇਸ ਦਿਨ ਦਾ ਇੰਤਜ਼ਾਰ ਬਹੁਤ ਦੇਰ ਤੋਂ ਕਰ ਰਿਹਾ ਸੀ। ਧੂਮ ਧਾਮ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਸੰਪੂਰਨ ਹੋਈਆਂ। ਫਿਰ ਆਕਾਸ਼ ਨੇ ਆਪਣੇ ਦਾਦਾ ਜੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਮਿਲਾਇਆ ਅਤੇ ਹਰ ਗੱਲ 'ਤੇ ਆਪਣੇ ਦਾਦਾ ਜੀ ਨੂੰ ਹੀ ਇੱਜ਼ਤ ਦੇ ਰਿਹਾ ਸੀ। ਪਰ ਇਹ ਗੱਲ ਕੁਲਦੀਪ ਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਸੀ। ਪਰ ਉਹ ਆਪਣੇ ਮੁੰਡੇ ਦੇ ਵਿਆਹ ਵਿੱਚ ਕੋਈ ਵੀ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ ਸੀ, ਇਸ ਲਈ ਉਹ ਚੁੱਪਚਾਪ ਰਹੀ। ਪਰ ਮਨ ਹੀ ਮਨ ਉਸਨੇ ਧਾਰ ਲਿਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਸਾਰੇ ਰਿਸ਼ਤੇਦਾਰ ਚਲੇ ਜਾਣਗੇ ਤਾਂ ਉਹ ਆਪਣੇ ਮੁੰਡੇ ਦੀ ਇੱਕ ਵੀ ਗੱਲ ਨਹੀਂ ਮੰਨੇਗੀ ਅਤੇ ਆਪਣੇ ਸਹੁਰੇ ਨੂੰ ਬਿਰਧ ਆਸ਼ਰਮ ਭੇਜ ਕੇ ਹੀ ਰਹੇਗੀ। ਜਦੋਂ ਵਿਦਾਈ ਦਾ ਟਾਈਮ ਹੋਇਆ ਤਾਂ ਫੁੱਲਾਂ ਨਾਲ ਸੱਜੀ ਹੋਈ ਕਾਰ ਆਈ। ਸਭ ਤੋਂ ਪਹਿਲਾਂ ਆਕਾਸ਼ ਨੇ ਆਪਣੇ ਦਾਦਾ ਜੀ ਨੂੰ ਬਿਠਾਇਆ, ਫਿਰ ਪਰਨੀਤ ਤੇ ਆਕਾਸ਼ ਗੱਡੀ ਵਿੱਚ ਬੈਠ ਗਏ। ਜਦੋਂ ਆਕਾਸ਼ ਦੇ ਮੰਮੀ ਪਾਪਾ ਗੱਡੀ ਵਿੱਚ ਬੈਠਣ ਲੱਗੇ ਤਾਂ ਆਕਾਸ਼ ਨੇ ਕਿਹਾ, ਮੰਮੀ ਇਸ ਗੱਡੀ ਵਿੱਚ ਜਗ੍ਹਾ ਨਹੀਂ ਹੈ, ਤੁਸੀਂ ਕਿਸੇ ਹੋਰ ਗੱਡੀ ਵਿੱਚ ਬੈਠ ਜਾਓ। ਇਹ ਗੱਲ ਸੁਣ ਕੇ ਕੁਲਦੀਪ ਨੂੰ ਅੱਗ ਲੱਗ ਗਈ। ਚਿਹਰੇ 'ਤੇ ਗੁੱਸਾ ਸਾਫ਼-ਸਾਫ਼ ਝਲਕ ਰਿਹਾ ਸੀ। ਫਿਰ ਇੱਧਰ-ਉੱਧਰ ਵੇਖਿਆ ਤਾਂ ਸਾਰੇ ਰਿਸ਼ਤੇਦਾਰ ਉਸ ਵੱਲ ਵੇਖ ਰਹੇ ਸੀ। ਫਿਰ ਉਹ ਝੂਠਾ ਜਿਹਾ ਹਾਸਾ ਹੱਸੀ ਤੇ ਦੂਜੀ ਗੱਡੀ ਵਿੱਚ ਜਾ ਕੇ ਬੈਠ ਗਈ। ਘਰੇ ਆ ਕੇ ਬਾਕੀ ਰਸਮਾਂ ਵੀ ਕਰਨੀਆਂ ਸੀ, ਇਸ ਲਈ ਆਕਾਸ਼ ਦੀ ਮਾਂ ਨੇ ਡਰਾਈਵਰ ਨੂੰ ਜਲਦੀ ਘਰੇ ਪਹੁੰਚਣ ਲਈ ਕਿਹਾ। ਰਸਤੇ ਵਿੱਚ ਮਨ ਹੀ ਮਨ ਇਹ ਸੋਚਦੀ ਆ ਰਹੀ ਸੀ ਕਿ ਆਕਾਸ਼ ਤੇ ਪਰਨੀਤ ਦਾ ਘਰ ਵਿੱਚ ਬਹੁਤ ਧੂਮ-ਧਾਮ ਨਾਲ ਸਵਾਗਤ ਕੀਤਾ ਜਾਵੇਗਾ, ਪਰ ਮੈਂ ਆਕਾਸ਼ ਦੇ ਦਾਦੇ ਨੂੰ ਘਰ ਵਿੱਚ ਬਿਲਕੁਲ ਵੀ ਨਹੀਂ ਆਉਣ ਦਿਆਂਗੀ ਅਤੇ ਘਰ ਤੋਂ ਬਾਹਰ ਹੀ ਬਿਰਧ ਆਸ਼ਰਮ ਭੇਜ ਦਿਆਂਗੀ। ਇਹ ਸੋਚਦੀ ਘਰੇ ਪਹੁੰਚ ਗਈ। ਜਦੋਂ ਘਰੇ ਆ ਕੇ ਦੇਖਿਆ ਤਾਂ ਆਕਾਸ਼ ਵਾਲੀ ਗੱਡੀ ਅਜੇ ਤੱਕ ਘਰ ਨਹੀਂ ਆਈ ਸੀ।
ਕੁਲਦੀਪ ਨੇ ਸੋਚਿਆ, ਚਲੋ ਚੰਗਾ ਹੋਇਆ, ਇੰਨੇ ਟਾਈਮ ਵਿੱਚ ਮੈਂ ਬੱਚਿਆਂ ਦੇ ਸਵਾਗਤ ਦੀ ਤਿਆਰੀ ਕਰ ਲਵਾਂਗੀ। ਬੜੇ ਚਾਵਾਂ ਨਾਲ ਉਸਨੇ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਆਕਾਸ਼ ਹੋਰਾਂ ਦੀ ਗੱਡੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। 1 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ, ਪਰ ਆਕਾਸ਼ ਦੀ ਗੱਡੀ ਅਜੇ ਤੱਕ ਨਹੀਂ ਆਈ ਸੀ। ਕੁਲਦੀਪ ਉਹਨਾਂ ਨੂੰ ਦੇਖ ਦੇਖ ਕੇ ਥੱਕ ਗਈ ਤੇ ਫਿਰ ਉਸਨੇ ਜਾ ਕੇ ਆਕਾਸ਼ ਦੇ ਪਾਪਾ ਨੂੰ ਕਿਹਾ ਕਿ ਫ਼ੋਨ ਕਰਕੇ ਪੁੱਛੋ ਆਕਾਸ਼ ਹੋਰੀ ਕਿੱਥੇ ਰਹਿ ਗਏ, ਅਜੇ ਤੱਕ ਨਹੀਂ ਆਏ। ਫ਼ੋਨ ਕਰਕੇ ਪੁੱਛਦਾ ਹਾਂ, ਰਾਜਵੀਰ ਨੇ ਕਿਹਾ। ਜਦੋਂ ਰਾਜਵੀਰ ਨੇ ਆਕਾਸ਼ ਨੂੰ ਫ਼ੋਨ ਕੀਤਾ ਤਾਂ ਆਕਾਸ਼ ਨੇ ਫ਼ੋਨ ਨਹੀਂ ਚੁੱਕਿਆ। ਹੁਣ ਕੁਲਦੀਪ ਤੇ ਰਾਜਵੀਰ ਨੂੰ ਬਹੁਤ ਟੈਨਸ਼ਨ ਹੋ ਰਹੀ ਸੀ। ਕੁਲਦੀਪ ਨੇ ਆਕਾਸ਼ ਨੂੰ ਫਿਰ ਫ਼ੋਨ ਲਗਾਇਆ ਤਾਂ ਆਕਾਸ਼ ਨੇ ਫ਼ੋਨ ਚੁੱਕ ਲਿਆ। ਤਾਂ ਅੱਗੋਂ ਕੁਲਦੀਪ ਬੋਲੀ, ਬੇਟਾ ਤੁਸੀਂ ਕਿੱਥੇ ਰਹਿ ਗਏ? ਅਸੀਂ ਤੁਹਾਨੂੰ ਕਦੋਂ ਦੇ ਉਡੀਕ ਰਹੇ ਹਾਂ। ਅਸੀਂ ਤਾਂ ਦਰਵਾਜ਼ੇ 'ਤੇ ਖੜ੍ਹੇ ਹਾਂ। ਮਾਂ, ਉਹ ਗੱਲ ਇਹ ਹੈ ਕਿ ਅਸੀਂ ਪਹਿਲਾਂ ਬਿਰਧ ਆਸ਼ਰਮ ਚਲੇ ਗਏ ਸੀ। ਉੱਥੇ ਹੀ ਸਾਨੂੰ ਬਹੁਤ ਟਾਈਮ ਲੱਗ ਗਿਆ। ਪੁੱਤ ਦੀ ਇਹ ਗੱਲ ਸੁਣਦੇ ਹੀ ਕੁਲਦੀਪ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ ਅਤੇ ਖੁਸ਼ੀ ਨਾਲ ਬੋਲੀ, ਇਹ ਤੂੰ ਬਹੁਤ ਚੰਗਾ ਕੀਤਾ ਬੇਟਾ, ਜੋ ਦਾਦਾ ਜੀ ਨੂੰ ਪਹਿਲਾਂ ਹੀ ਬਿਰਧ ਆਸ਼ਰਮ ਛੱਡ ਆਏ। ਨਹੀਂ ਮੰਮੀ, ਤੁਸੀਂ ਗਲਤ ਸਮਝ ਰਹੇ ਹੋ। ਦਰਅਸਲ ਦਾਦਾ ਜੀ ਦਾ ਕੁਝ ਸਮਾਨ ਉੱਥੇ ਚੁੱਕਣਾ ਸੀ ਤੇ ਦਾਦਾ ਜੀ ਵੀ ਸਾਨੂੰ ਆਪਣੇ ਦੋਸਤਾਂ ਨਾਲ ਮਿਲਾਉਣਾ ਚਾਹੁੰਦੇ ਸੀ। ਇਸ ਲਈ ਅਸੀਂ ਪਹਿਲਾਂ ਬਿਰਧ ਆਸ਼ਰਮ ਚਲੇ ਗਏ ਤੇ ਉੱਥੇ ਸਾਨੂੰ ਕਾਫੀ ਟਾਈਮ ਲੱਗ ਗਿਆ। ਹੁਣ ਅਸੀਂ ਦਾਦਾ ਜੀ ਦੇ ਘਰੇ ਜਾ ਰਹੇ ਹਾਂ। ਕੀ ਦਾਦਾ ਜੀ ਦੇ ਘਰ? ਤੇਰਾ ਕੀ ਮਤਲਬ ਹੈ? ਮਤਲਬ ਇਹ ਹੈ ਮਾਂ ਕਿ ਮੈਂ ਦਾਦਾ ਜੀ ਦੇ ਨਾਂ 'ਤੇ ਘਰ ਖਰੀਦਿਆ ਹੈ। ਹੁਣ ਅਸੀਂ ਦਾਦਾ ਜੀ ਦੇ ਨਾਲ ਹੀ ਰਹਾਂਗੇ ਤੇ ਜਿੱਥੋਂ ਤੱਕ ਸਵਾਗਤ ਦੀ ਗੱਲ ਹੈ ਤਾਂ ਤੁਹਾਨੂੰ ਤਕਲੀਫ ਕਰਨ ਦੀ ਜ਼ਰੂਰਤ ਨਹੀਂ। ਸਾਰੀਆਂ ਤਿਆਰੀਆਂ ਮੈਂ ਪਹਿਲਾਂ ਹੀ ਕਰ ਰੱਖੀਆਂ ਨੇ ਤੇ ਨਵੀਂ ਬਹੂ ਦਾ ਸਵਾਗਤ ਤਾਂ ਹੁਣ ਦਾਦਾ ਜੀ ਹੀ ਕਰਨਗੇ। ਇਹ ਗੱਲ ਸੁਣਦੇ ਹੀ ਕੁਲਦੀਪ ਚੱਕਰ ਖਾ ਕੇ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਗਈ ਤੇ ਫ਼ੋਨ ਸਪੀਕਰ 'ਤੇ ਸੀ ਤੇ ਕੋਲ ਖੜ੍ਹੇ ਰਾਜਵੀਰ ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ। ਤਾਂ ਰਾਜਵੀਰ ਨੇ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਹੈ ਬੇਟਾ? ਪਾਪਾ, ਮੈਂ ਤੁਹਾਨੂੰ ਆਪਣਾ ਐਡਰੈਸ ਭੇਜ ਦਿੰਦਾ ਹਾਂ, ਜਦੋਂ ਵੀ ਮਿਲਣਾ ਹੋਵੇ ਤਾਂ ਤੁਸੀਂ ਆ ਸਕਦੇ ਹੋ। ਇਹ ਕਹਿੰਦੇ ਹੋਏ ਆਕਾਸ਼ ਨੇ ਫ਼ੋਨ ਕੱਟ ਦਿੱਤਾ। ਵਟਸਐਪ 'ਤੇ ਆਪਣਾ ਐਡਰੈਸ ਭੇਜ ਦਿੱਤਾ। 10 ਮਿੰਟ ਦੇ ਵਿੱਚ ਰਾਜਵੀਰ ਤੇ ਕੁਲਦੀਪ ਉਸਦੇ ਘਰ ਚਲੇ ਗਏ ਤੇ ਜਦੋਂ ਘਰ ਦੇ ਬਾਹਰ ਜਾ ਕੇ ਰੁਕੇ ਤਾਂ ਇੱਕ ਬਹੁਤ ਹੀ ਆਲੀਸ਼ਾਨ ਘਰ ਸੀ। ਘਰ ਦੇ ਬਾਹਰ ਇੱਕ ਨੰਬਰ ਪਲੇਟ ਲੱਗੀ ਹੋਈ ਸੀ, ਜਿਸ ਉੱਤੇ ਉਸਨੇ ਆਪਣੇ ਦਾਦਾ ਜੀ ਦਾ ਵੱਡੇ ਵੱਡੇ ਅੱਖਰਾਂ ਵਿੱਚ ਨਾਮ ਲਿਖਵਾਇਆ ਸੀ, ਸਰਦਾਰ ਕਸ਼ਮੀਰ ਸਿੰਘ। ਇਹ ਸਭ ਦੇਖ ਕੇ ਕੁਲਦੀਪ ਨੂੰ ਤਾਂ ਸਿਰ ਤੋਂ ਪੈਰਾਂ ਤੱਕ ਅੱਗ ਲੱਗ ਗਈ ਤੇ ਰਾਜਵੀਰ ਨੂੰ ਵੀ ਬਹੁਤ ਗੁੱਸਾ ਆ ਰਿਹਾ ਸੀ। ਉਸੇ ਟਾਈਮ ਹੀ ਆਕਾਸ਼ ਦੀ ਗੱਡੀ ਉੱਥੇ ਪਹੁੰਚ ਗਈ ਤੇ ਆਕਾਸ਼ ਆਪਣੇ ਦਾਦਾ ਜੀ ਦਾ ਹੱਥ ਫੜ ਕੇ ਆਪਣੇ ਘਰ ਵੱਲ ਲੈ ਕੇ ਜਾਣ ਲੱਗਿਆ। ਤਾਂ ਕੁਲਦੀਪ ਨੇ ਗੁੱਸੇ ਨਾਲ ਕਿਹਾ ਕਿ ਇਹ ਕੀ ਹਰਕਤ ਹੈ? ਆਕਾਸ਼, ਆਪਣਾ ਘਰ ਛੱਡ ਕੇ ਤੂੰ ਕਿਹੜੇ ਘਰੇ ਜਾ ਰਿਹਾ ਹੈ? ਮਾਂ, ਸ਼ਾਇਦ ਤੁਸੀਂ ਨੰਬਰ ਪਲੇਟ ਨਹੀਂ ਪੜ੍ਹੀ। ਇਹ ਮੇਰੇ ਦਾਦਾ ਜੀ ਦਾ ਘਰ ਹੈ ਤੇ ਫਿਰ ਤੂੰ ਮੈਨੂੰ ਇਹ ਸਭ ਕਿਉਂ ਪੁੱਛ ਰਹੀ ਹੈ? ਆਕਾਸ਼, ਤੂੰ ਸਾਡੇ ਬਾਰੇ ਕੁਝ ਕਿਉਂ ਨਹੀਂ ਸੋਚਿਆ? ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ, ਪਾਲ ਪਲੋਸ ਕੇ ਵੱਡਾ ਕੀਤਾ ਤੇ ਪੜ੍ਹਾ ਲਿਖਾ ਕੇ ਤੈਨੂੰ ਬਾਹਰ ਭੇਜਿਆ ਤੇ ਤੂੰ ਇਸ ਮੁਕਾਮ 'ਤੇ ਪਹੁੰਚਿਆ, ਤੂੰ ਇੰਨਾ ਸਵਾਰਥੀ ਕਿਵੇਂ ਹੋ ਸਕਦਾ ਹੈ? ਰਾਜਵੀਰ ਨੇ ਆਕਾਸ਼ ਨੂੰ ਪੁੱਛਿਆ ਤਾਂ ਆਕਾਸ਼ ਬੋਲਿਆ, ਕਿਉਂ ਪਾਪਾ, ਦਾਦਾ ਜੀ ਨੇ ਵੀ ਤਾਂ ਤੁਹਾਨੂੰ ਜਨਮ ਦਿੱਤਾ ਸੀ, ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ, ਪੜ੍ਹਾਇਆ ਲਿਖਾਇਆ ਤੇ ਸਮਾਜ ਵਿੱਚ ਖੜ੍ਹੇ ਹੋਣ ਦੇ ਕਾਬਿਲ ਕੀਤਾ। ਪਰ ਤੁਸੀਂ ਉਹਨਾਂ ਨਾਲ ਕੀ ਕੀਤਾ? ਤੁਸੀਂ ਤਾਂ ਉਸ ਦੇ ਸਿਰ ਤੋਂ ਛੱਤ ਵੀ ਖੋਹ ਲਈ ਅਤੇ ਜੋ ਉਹਨਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ, ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਸੀ, ਉਹਨਾਂ ਨੂੰ ਐਡਾ ਵੱਡਾ ਧੋਖਾ ਦੇਣ ਤੋਂ ਪਹਿਲਾਂ ਤੁਸੀਂ ਇਹ ਕਦੇ ਨਹੀਂ ਸੋਚਿਆ? ਰੱਬ ਦਾ ਸ਼ੁਕਰ ਕਰੋ ਕਿ ਮੇਰੇ ਦਾਦਾ ਜੀ ਨੇ ਤੁਹਾਨੂੰ ਘਰ ਤੋਂ ਬਾਹਰ ਨਹੀਂ ਕੱਢਿਆ। ਬਹੁਤ ਵੱਡਾ ਦਿਲ ਹੈ ਮੇਰੇ ਦਾਦਾ ਜੀ ਦਾ। ਉਹਨਾਂ ਦਾ ਤੁਸੀਂ ਦੋਨਾਂ ਦੇ ਕੋਲ ਤਾਂ ਦਾਦਾ ਜੀ ਦਾ ਬਣਾਇਆ ਹੋਇਆ ਘਰ ਹੈ। ਤੁਸੀਂ ਉਸ ਘਰ ਵਿੱਚ ਆਰਾਮ ਨਾਲ ਰਹੋ, ਪਰ ਮੇਰੇ ਤੋਂ ਕੋਈ ਉਮੀਦ ਨਾ ਰੱਖਣਾ ਕਿ ਮੈਂ ਹੁਣ ਤੁਹਾਡੇ ਨਾਲ ਰਹਾਂਗਾ।
ਦਾਦਾ ਜੀ ਸਾਡੇ ਸਵਾਗਤ ਲਈ ਫੁੱਲ ਲੈ ਕੇ ਖੜ੍ਹੇ ਆ। ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਥੋੜ੍ਹੇ ਟਾਈਮ ਲਈ ਆ ਸਕਦੇ ਹੋ। ਇਹ ਕਹਿ ਕੇ ਆਕਾਸ਼ ਨੇ ਆਪਣੀ ਪਤਨੀ ਪਰਨੀਤ ਦਾ ਹੱਥ ਫੜ ਕੇ ਦਰਵਾਜ਼ੇ ਦੀ ਦਹਿਲੀਜ਼ 'ਤੇ ਪਹੁੰਚ ਗਿਆ ਤੇ ਕਸ਼ਮੀਰ ਸਿੰਘ ਨੇ ਉਹਨਾਂ ਦੇ ਉੱਤੇ ਫੁੱਲ ਸੁੱਟੇ ਤੇ ਉਹਨਾਂ ਦਾ ਸਵਾਗਤ ਕੀਤਾ। ਤੇ ਕਸ਼ਮੀਰ ਸਿੰਘ ਦੇ ਦਿਲ ਵਿੱਚੋਂ ਆਪਣੇ ਪੋਤੇ ਦੇ ਲਈ ਬਹੁਤ ਜ਼ਿਆਦਾ ਅਸੀਸਾਂ ਨਿਕਲ ਰਹੀਆਂ ਸੀ। ਤੇ ਫਿਰ ਆਕਾਸ਼ ਤੇ ਪਰਨੀਤ ਨੇ ਦਾਦਾ ਜੀ ਦੇ ਪੈਰੀਂ ਹੱਥ ਲਾਏ ਤੇ ਦਾਦਾ ਜੀ ਨੇ ਦੋਨੇ ਹੱਥਾਂ ਨਾਲ ਦੋਨਾਂ ਨੂੰ ਆਸ਼ੀਰਵਾਦ ਦਿੱਤਾ। ਆਪਣੀ ਨਹੁੰ ਦੇ ਸਾਹਮਣੇ ਆਪਣੇ ਪੁੱਤ ਦੇ ਮੂੰਹੋਂ ਇਹ ਗੱਲਾਂ ਸੁਣਦੇ ਹੋਏ ਕੁਲਦੀਪ ਤੇ ਰਾਜਵੀਰ ਸ਼ਰਮ ਦੇ ਮਾਰੇ ਜ਼ਮੀਨ ਵਿੱਚ ਧੱਸਦੇ ਜਾ ਰਹੇ ਸੀ। ਉਹਨਾਂ ਦੇ ਕੀਤੇ ਹੋਏ ਗੁਨਾਹ ਹੀ ਉਹਨਾਂ ਦੇ ਸਾਹਮਣੇ ਆ ਰਹੇ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਅਤੇ ਆਕਾਸ਼ ਅੱਜ ਆਪਣੇ ਦਾਦਾ ਜੀ ਦੇ ਹੰਝੂਆਂ ਦੀ ਇੱਕ ਇੱਕ ਬੂੰਦ ਦਾ ਹਿਸਾਬ ਕਰ ਚੁੱਕਿਆ ਸੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਪਲੀਜ਼ ਜ਼ਰੂਰ ਦੱਸਣਾ। ਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਇਹੋ ਜਿਹੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ ਦੋਸਤੋ।